ਵੀ ਕਿਹੜੇ ਸੋਰਸਾਂ ਤੋਂ ਇੰਡੀਅਨ ਕੌਂਸਟੀਟਿਊਸ਼ਨ ਆ ਜਿਹੜਾ ਉਹ ਬਣਾਇਆ ਗਿਆ। ਵੱਖ-ਵੱਖ ਦੇਸ਼ਾਂ ਦੇ ਕੌਂਸਟੀਟਿਊਸ਼ਨਸ ਤੋਂ ਵੱਖ-ਵੱਖ ਚੀਜ਼ਾਂ ਨੇ ਜਿਹੜੀਆਂ ਲਿਆ ਕੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਰੱਖੀਆਂ ਗਈਆਂ ਨੇ। ਉਹ ਕਿਹੜੇ ਕੌਂਸਟੀਟਿਊਸ਼ਨ ਨੇ ਜਾਂ ਕਿਹੜੀਆਂ ਐਕਟ ਨੇ, ਰੂਲ ਨੇ ਜਿਹੜੇ ਕਿ ਦੂਜੇ ਕੌਂਸਟੀਟਿਊਸ਼ਨਸ ਤੋਂ ਲੈ ਕੇ ਆਏ ਹੋਏ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲ ਆ ਜਾਂਦੇ ਨੇ ਜੀ ਬ੍ਰਿਟਿਸ਼ ਕੌਂਸਟੀਟਿਊਸ਼ਨ ਹੋ ਗਿਆ, ਜਿਵੇਂ ਬ੍ਰਿਟਿਸ਼ ਕੌਂਸਟੀਟਿਊਸ਼ਨ, ਉਹਦਾ ਵੈਲਮੇਅਰ ਕੌਂਸਟੀਟਿਊਸ਼ਨ, ਵੈਲਮੇਅਰ ਮਤਲਬ ਜਰਮਨੀ ਦਾ ਕੌਂਸਟੀਟਿਊਸ਼ਨ ਹੈ ਇਹ। ਉਹਦਾ ਅਮਰੀਕਨ ਕੌਂਸਟੀਟਿਊਸ਼ਨ ਹੋ ਗਿਆ, ਸੋਵੀਅਤ ਕੌਂਸਟੀਟਿਊਸ਼ਨ, ਕੈਨੇਡੀਅਨ, ਸਾਊਥ ਅਫਰੀਕਨ, ਆਇਰਿਸ਼ ਕੌਂਸਟੀਟਿਊਸ਼ਨ, ਮੇਨਲੀ ਗਵਰਨਮੈਂਟ ਆਫ ਇੰਡੀਆ ਐਕਟ 1935, ਆਸਟ੍ਰੇਲੀਅਨ ਕੌਂਸਟੀਟਿਊਸ਼ਨ। ਇਹ ਸਾਰੇ ਵੱਖ-ਵੱਖ ਦੇਸ਼ਾਂ ਦੇ ਕੌਂਸਟੀਟਿਊਸ਼ਨ ਨੇ ਜਿਨ੍ਹਾਂ ਤੋਂ ਡਿਫਰੈਂਟ ਪਾਰਟਸ ਆਫ ਜਿਹੜੇ ਆਪਾਂ ਲੈ ਕੇ ਆਏ ਹਾਂ ਤਾਂ ਆਪਣੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਗਵਰਨਮੈਂਟ ਆਫ ਇੰਡੀਆ ਐਕਟ 1935 ਦੀ, 1935 ਦੇ ਵਿੱਚ ਇੱਕ ਐਕਟ ਬਣਾਇਆ ਗਿਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1935, ਜਿਹੜਾ ਕਿ ਕੌਂਸਟੀਟਿਊਸ਼ਨ ਦਾ ਮੇਨ ਪਾਰਟ ਬਣਿਆ ਸੀਗਾ। ਬਾਅਦ ਦੇ ਵਿੱਚ ਜਦੋਂ ਕੌਂਸਟੀਟਿਊਸ਼ਨ ਲਿਖਿਆ ਗਿਆ ਤਾਂ ਮੇਨ ਪਾਰਟ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਇੰਕਲੂਡ ਕੀਤਾ ਗਿਆ ਸੀ। ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੰਕਲੂਡ ਕੀਤੀਆਂ ਗਈਆਂ ਸੀ। ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਤਾਂ ਆ ਗਿਆ ਜੀ ਫੈਡਰਲ ਸਿਸਟਮ ਦਾ ਆਪਣਾ ਫੈਡਰਲ ਸਕੀਮ ਆ ਜਿਹੜੀ, ਇਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਪਹਿਲਾਂ ਲਿਖੀ ਗਈ ਸੀਗੀ ਵੀ ਕਿਹੋ ਜਿਹਾ ਆਪਣਾ ਸੰਘੀ ਢਾਂਚਾ ਜਿਹੜਾ ਆਪਣਾ ਸਿਸਟਮ ਆ, ਸੈਂਟਰਲ, ਸਟੇਟ, ਬਲਾਕ ਲੈਵਲ, ਇਹ ਸਾਰਾ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਲਿਖਿਆ ਗਿਆ। ਉਹ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਹੋਰ ਕਿਹੜੀਆਂ ਚੀਜ਼ਾਂ, ਜਿਵੇਂ ਆਫਿਸ ਆਫ ਗਵਰਨਰ ਹੋ ਗਿਆ, ਆਫਿਸ ਆਫ ਗਵਰਨਰ ਇਹ ਵੀ 1935 ਐਕਟ ਦੇ ਵਿੱਚੋਂ ਲੈਤਾ ਗਿਆ। ਉਹ ਤੋਂ ਬਾਅਦ ਜੁਡੀਸ਼ਰੀ ਦੇ ਬਾਰੇ ਇਹ ਵੀ 1935 ਐਕਟ ਦੇ ਵਿੱਚੋਂ ਲੈਤਾ। ਉਹ ਤੋਂ ਬਾਅਦ ਹੋਰ ਵੀ ਬਹੁਤ ਚੀਜ਼ਾਂ ਨੇ ਜਿਵੇਂ ਐਮਰਜੈਂਸੀ ਪ੍ਰੋਵੀਜ਼ਨਸ ਹੋ ਗਈਆਂ, ਉਹ ਇਹ ਵੀ ਜਿਹੜੇ ਐਮਰਜੈਂਸੀ ਪ੍ਰੋਵੀਜ਼ਨਸ ਦਾ ਜਿਹੜਾ ਆਰਟੀਕਲਸ ਨੇ ਇਹ ਵੀ 1935 ਐਕਟ ਦੇ ਵਿੱਚੋਂ ਲੈਤੇ ਗਏ ਨੇ। ਸੋ ਇਹ ਸੀਗੀਆਂ ਆਪਣੀਆਂ ਕੁਝ ਚੀਜ਼ਾਂ ਜਿਹੜੀਆਂ ਫੈਡਰਲ ਸਕੀਮ, ਆਫਿਸ ਆਫ ਗਵਰਨਰ, ਜੁਡੀਸ਼ਰੀ, ਐਡਮਿਨਿਸਟ੍ਰੇਸ਼ਨ ਤੇ ਐਮਰਜੈਂਸੀ ਪ੍ਰੋਵੀਜ਼ਨਸ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਲਿਖੀਆਂ ਹੋਈਆਂ ਸੀ, ਜੋ ਕਿ ਬਾਅਦ ਦੇ ਵਿੱਚ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਪਾਈਆਂ ਗਈਆਂ ਨੇ। ਸੋ ਨੈਕਸਟ ਆ ਗਿਆ ਕੌਂਸਟੀਟਿਊਸ਼ਨ ਆਫ ਯੂਨਾਈਟਿਡ ਸਟੇਟਸ। US ਤੋਂ ਆਪਾਂ ਕੀ ਕੁਝ ਲੈ ਕੇ ਆਏ ਹਾਂ। US ਦੇ ਕੌਂਸਟੀਟਿਊਸ਼ਨ ਨੂੰ ਜਦੋਂ ਆਪਣੇ ਡਾਕਟਰ BR ਅੰਬੇਦਕਰ ਵਰਗਿਆਂ ਨੇ ਪੜ੍ਹਿਆ ਸਾਰਾ, ਤਾਂ US ਦੇ ਕੌਂਸਟੀਟਿਊਸ਼ਨ ਦੇ ਵਿੱਚੋਂ ਕੁਝ ਚੀਜ਼ਾਂ ਅਜਿਹੀਆਂ ਸੀ ਜਿਹੜੀਆਂ ਕਿ ਇੰਡੀਅਨ ਕਲਚਰ ਦੇ ਹਿਸਾਬ ਨਾਲ, ਇੰਡੀਅਨ ਕੌਂਸਟੀਟਿਊਸ਼ਨ ਬਣਾਉਣ ਦੇ ਹਿਸਾਬ ਨਾਲ ਸਹੀ ਬੈਠ ਰਹੀਆਂ ਸੀ, ਜਿਹੜੀਆਂ ਕਿ ਵਧੀਆ ਲੱਗੀਆਂ। ਜਿਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਿ ਆ ਜਾਂਦਾ ਫੰਡਾਮੈਂਟਲ ਰਾਈਟਸ। ਸਭ ਤੋਂ ਜ਼ਰੂਰੀ ਹੈ ਵੀ ਫੰਡਾਮੈਂਟਲ ਰਾਈਟਸ, ਇਹਦੇ MCQ ਵੀ ਬਣ ਜਾਂਦਾ ਵੀ ਫੰਡਾਮੈਂਟਲ ਰਾਈਟਸ ਨੇ ਜਿਹੜੀਆਂ, ਇਹ ਟੌਪਿਕ ਆ ਕਿਹੜੇ ਕੌਂਸਟੀਟਿਊਸ਼ਨ ਤੋਂ ਜਾਂ ਕਿਹੜੇ ਦੇਸ਼ ਦੇ ਕੌਂਸਟੀਟਿਊਸ਼ਨ ਤੋਂ ਲਿਆਤਾ ਗਿਆ। ਤਾਂ ਫੰਡਾਮੈਂਟਲ ਰਾਈਟਸ ਮੇਨਲੀ ਸੋਰਸ ਆ ਯੂਨਾਈਟਿਡ ਕੌਂਸਟੀਟਿਊਸ਼ਨ ਆਫ ਯੂਨਾਈਟਿਡ ਸਟੇਟਸ ਦਾ। ਦੂਜਾ ਇਹਦੇ ਵਿੱਚ ਆ ਜਾਂਦਾ ਇੰਡੀਪੈਂਡੈਂਟ ਜੁਡੀਸ਼ਰੀ। ਜਿਹੜੀ ਇੰਡੀਪੈਂਡੈਂਟ ਜੁਡੀਸ਼ਰੀ ਆ, ਇਹਦੇ ਵਿੱਚ ਇੱਕ ਫਰਕ ਆ। ਇਹ ਕੀ ਆ, ਇੰਡੀਪੈਂਡੈਂਟ ਜੁਡੀਸ਼ਰੀ ਆ ਇਹ ਬਰਾਊਟ ਕੀਤੀ ਗਈ ਫਰੋਮ USA ਕੌਂਸਟੀਟਿਊਸ਼ਨ, ਪਰ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਜੁਡੀਸ਼ਰੀ ਦੇ ਬਾਰੇ। ਇੱਥੇ ਇੰਡੀਪੈਂਡੈਂਟ ਜੁਡੀਸ਼ਰੀ ਦੀ ਗੱਲ ਨਹੀਂ ਹੋ ਰਹੀ, ਸਿਰਫ ਜੁਡੀਸ਼ਰੀ ਦੀ ਗੱਲ ਹੋ ਰਹੀ ਸੀਗੀ। ਸੋ US ਦੇ ਵਿੱਚ ਤੋਂ ਜਿਹੜਾ ਮੇਨਲੀ ਆਪਾਂ ਮਤਲਬ ਸਕੀਮ ਲੈਤੀ ਉਹ ਕੀ ਹੈ, ਇੰਡੀਪੈਂਡੈਂਸ ਦੀ, ਵੀ ਜਿਹੜੇ ਆਪਣੇ ਜੁਡੀਸ਼ਰੀ ਸਿਸਟਮ ਆ ਉਹ ਇੰਡੀਪੈਂਡੈਂਸ ਹੋਣਾ ਚਾਹੀਦਾ। ਉਹਦਾ ਜੁਡੀਸ਼ੀਅਲ ਰਿਵਿਊ ਆ ਉਹ ਵੀ US ਦੇ ਕੌਂਸਟੀਟਿਊਸ਼ਨ ਤੋਂ ਲੈਤਾ ਗਿਆ, ਵੀ ਜੇਕਰ ਕੋਈ ਵੀ ਫੈਸਲਾ ਲੈਤਾ ਜਾਂਦਾ, ਮੰਨ ਲਓ ਜੱਜ ਦੁਆਰਾ ਕੋਈ ਵੀ ਫੈਸਲਾ ਲੈਤਾ ਜਾਂਦਾ, ਤਾਂ ਭਵਿੱਖ ਦੇ ਵਿੱਚ ਉਹਨੂੰ ਰਿਵਿਊ ਵੀ ਕੀਤਾ ਜਾ ਸਕਦਾ ਉਸ ਫੈਸਲੇ ਨੂੰ। ਇਹ ਵੀ US ਤੋਂ ਹੋਇਆ। ਉਹਦਾ ਚੌਥਾ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਆ,
ਇਹ ਵੀ ਕੋਈ ਵੀ ਪ੍ਰੈਜ਼ੀਡੈਂਟ ਆ ਉਹਨੂੰ ਲਾਹਿਆ ਕਿਵੇਂ ਜਾ ਸਕਦਾ ਹੈ, ਇਹ ਸਾਰਾ ਯੂਐਸ ਦੇ ਕਨਸਟੀਟਿਊਸ਼ਨ ਤੋਂ ਲੈਤਾ ਗਿਆ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਦਾ। ਉਦੋਂ ਬਾਅਦ ਰਿਮੂਵਲ ਆਫ ਸੁਪਰੀਮ ਕੋਰਟ ਜੱਜ ਜਾਂ ਹਾਈ ਕੋਰਟ ਦੇ ਜੱਜ ਨੇ, ਰਿਮੂਵਲ ਆਫ ਸੁਪਰੀਮ ਕੋਰਟ ਜੱਜ ਜਾਂ ਹਾਈ ਕੋਰਟ ਜੱਜ, ਇਹ ਸਾਰੇ ਦੇ ਕੀ ਪ੍ਰੋਸੈਸ ਹੋਣਾ ਚਾਹੀਦਾ, ਇਹ ਯੂਐਸ ਦੇ ਕਨਸਟੀਟਿਊਸ਼ਨ ਤੋਂ ਲੈਤਾ ਗਿਆ। ਉਦੋਂ ਬਾਅਦ ਪੋਸਟ ਆਫ ਵਾਈਸ ਪ੍ਰੈਜ਼ੀਡੈਂਟ, ਪਹਿਲਾਂ ਸਿਰਫ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਜਾਂਦੀ, ਉਦੋਂ ਵੀ ਇੱਕ ਵਾਈਸ ਪ੍ਰੈਜ਼ੀਡੈਂਟ ਵੀ ਹੋਣਾ ਚਾਹੀਦਾ। ਇਹ ਵੀ ਕੀ ਆ, ਯੂਐਸ ਦੇ ਕਨਸਟੀਟਿਊਸ਼ਨ ਤੋਂ, ਯੂਨਾਈਟਿਡ ਸਟੇਟਸ ਦੇ ਕਨਸਟੀਟਿਊਸ਼ਨ ਤੋਂ ਆਪਾਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਬਰਾਊਟ ਕੀਤਾ ਗਿਆ। ਉੱਥੋਂ ਜਿਹੜਾ ਇਹ ਚੀਜ਼ ਹੈ ਸੋਰਸ ਲੈਤਾ ਗਿਆ ਹੈਗਾ। ਅੱਗੇ ਆ ਜਾਂਦਾ ਜੀ ਆਪਣੇ ਕੋਲੇ ਬ੍ਰਿਟਿਸ਼ ਕਨਸਟੀਟਿਊਸ਼ਨ। ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਬ੍ਰਿਟਿਸ਼ ਕਨਸਟੀਟਿਊਸ਼ਨ ਦੇ ਵਿੱਚੋਂ ਲੈ ਕੇ ਪੜ੍ਹ ਕੇ ਉੱਥੋਂ ਆਪਾਂ ਨੂੰ ਵਧੀਆ ਲੱਗੀਆਂ ਨੇ, ਉਹ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਡਾਕਟਰ BR ਅੰਬੇਦਕਰ ਅਤੇ ਉਹਨਾਂ ਦੀ ਟੀਮ ਦੁਆਰਾ ਆਪਣੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਿਆ ਕੇ ਲਿਖੀਆਂ ਗਈਆਂ ਨੇ। ਉਹਦੇ ਵਿੱਚ ਸਭ ਤੋਂ ਪਹਿਲੇ ਇੱਕ ਮੇਨ ਚੀਜ਼ ਹੈ ਜਿਹੜੀ ਸਿਮਿਲੈਰਿਟੀ ਆਪਣੀ ਬ੍ਰਿਟਿਸ਼ ਕਨਸਟੀਟਿਊਸ਼ਨ ਨਾਲ, ਉਹ ਆ ਜਾਂਦਾ ਪਾਰਲੀਮੈਂਟਰੀ ਫਾਰਮ। ਬ੍ਰਿਟਿਸ਼ ਕਨਸਟੀਟਿਊਸ਼ਨ ਵੀ ਜਿਹੜਾ ਪਾਰਲੀਮੈਂਟਰੀ ਫਾਰਮ ਆ ਗੌਰਮੈਂਟ ਨੂੰ ਆਗਿਆ ਦਿੰਦਾ, ਉਵੇਂ ਇੰਡੀਅਨ ਕਨਸਟੀਟਿਊਸ਼ਨ ਆਲਸੋ ਗਿਵਸ ਦੀ ਪਾਰਲੀਮੈਂਟਰੀ ਗੌਰਮੈਂਟ, ਵੀ ਜਿਹੜੀ ਇੰਡੀਆ ਦੇ ਵਿੱਚ ਗੌਰਮੈਂਟ ਹੋਊਗੀ ਉਹ ਪਾਰਲੀਮੈਂਟਰੀ ਟਾਈਪ ਹੋਊ। ਨੈਕਸਟ ਰੂਲ ਆਫ ਲਾ, ਵੀ ਜਿਹੜਾ ਕਾਨੂੰਨ ਦੇ ਹਿਸਾਬ ਨਾਲ ਸਾਰਾ ਗਵਰਨੈਂਸ ਹੋਊਗੀ। ਥਰਡ ਆ ਜਾਂਦਾ ਜੀ ਲੈਜਿਸਲੇਚਰ ਪ੍ਰੋਸੈਸ ਦਾ, ਵੀ ਜਿਹੜੀ ਲੈਜਿਸਲੇਟਿਵ ਪ੍ਰੋਸੈਸ ਆ ਆਪਣੇ ਤੇ ਕਾਨੂੰਨ ਬਣਦੇ ਨੇ, ਉਹ ਕੀ ਪ੍ਰੋਸੀਜਰ ਹੋਣਾ ਚਾਹੀਦਾ ਉੱਥੇ, ਤੇ ਉਹ ਸਾਰਾ ਕੀ ਆ ਬ੍ਰਿਟਿਸ਼ ਕਨਸਟੀਟਿਊਸ਼ਨ ਦੇ ਵਿੱਚੋਂ ਬਰਾਊਟ ਕੀਤਾ ਗਿਆ। ਉਦੋਂ ਬਾਅਦ ਚੌਥਾ ਇਹਦੇ ਵਿੱਚ ਮੇਨ ਆ ਜਾਂਦਾ ਸਿੰਗਲ ਸਿਟੀਜ਼ਨਸ਼ਿਪ। ਜਿਵੇਂ ਕਿ ਯੂਐਸ ਦੇ ਵਿੱਚ ਮੇਨ ਕੀ ਹੈ ਸਿੰਗਲ ਸਿਟੀਜ਼ਨਸ਼ਿਪ, ਜਿਵੇਂ ਕਿ ਯੂਐਸ ਦੇ ਵਿੱਚ ਡਬਲ ਸਿਟੀਜ਼ਨਸ਼ਿਪ ਆ, ਪਰ ਬ੍ਰਿਟਿਸ਼ ਕਨਸਟੀਟਿਊਸ਼ਨ ਅਲਾਉ ਕਰਦਾ ਸਿੰਗਲ ਸਿਟੀਜ਼ਨਸ਼ਿਪ। ਸੋ ਆਪਣੇ ਦੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਵੀ ਕੀ ਆ, ਡਬਲ ਸਿਟੀਜ਼ਨਸ਼ਿਪ ਦੀ ਬਜਾਏ ਸਿੰਗਲ ਸਿਟੀਜ਼ਨਸ਼ਿਪ ਨੂੰ ਅਲਾਉ ਕੀਤਾ ਗਿਆ, ਵੀ ਇੱਕ ਹੀ ਨਾਗਰਿਕਤਾ ਹੋਊਗੀ, ਕਿਸੇ ਸਟੇਟ ਦੀ ਵੱਖਰੀ ਨਾਗਰਿਕਤਾ ਨਹੀਂ, ਸਿਰਫ ਇੰਡੀਅਨ ਸਿਟੀਜ਼ਨ ਹੋਊਗਾ ਕੋਈ ਵੀ ਇੱਥੇ ਰਹਿਣ ਵਾਲਾ ਗਾ। ਉਦੋਂ ਬਾਅਦ ਰੇਟਸ, ਇਹ ਵੀ ਆਪਾਂ ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ ਬਰਾਊਟ ਕੀਤਾ ਗਿਆ ਟੌਪਿਕ ਇਹ। ਸੋ ਇਹ ਸੀਗੇ ਅੰਦਰ ਕੁਝ ਮੇਨ ਚੀਜ਼ਾਂ ਜਿਹੜੀਆਂ ਕਿ ਬ੍ਰਿਟਿਸ਼ ਕਨਸਟੀਟਿਊਸ਼ਨ ਦੇ ਵਿੱਚੋਂ ਲੈ ਕੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਆਪਣੇ ਇੰਕਲੂਡ ਕੀਤੀਆਂ ਗਈਆਂ ਨੇ। ਸੋ ਰਿਪੀਟ ਕਰਦੇ ਹਾਂ, ਬ੍ਰਿਟਿਸ਼ ਕਨਸਟੀਟਿਊਸ਼ਨ ਦੇ ਵਿੱਚੋਂ ਮੇਨਲੀ 2-3 ਚੀਜ਼ਾਂ ਨੇ ਜਿਹੜੀਆਂ ਜ਼ਰੂਰੀ ਨੇ। ਸਭ ਤੋਂ ਪਹਿਲਾਂ ਆ ਜਾਂਦਾ ਪਾਰਲੀਮੈਂਟਰੀ ਗਵਰਨਮੈਂਟ, ਜਿਹੜੀ ਕਿ ਆਪਣੇ ਇੰਡੀਆ ਦੇ ਵਿੱਚ ਵੀ ਪਾਰਲੀਮੈਂਟਰੀ ਗਵਰਨਮੈਂਟ ਅਤੇ ਬ੍ਰਿਟਿਸ਼ ਦੇ ਵਿੱਚ ਵੀ ਪਾਰਲੀਮੈਂਟਰੀ। ਨੈਕਸਟ ਮੇਨ ਇਹਦੇ ਵਿੱਚ ਆ ਜਾਂਦਾ ਸਿੰਗਲ ਸਿਟੀਜ਼ਨਸ਼ਿਪ, ਇੱਕ ਨਾਗਰਿਕਤਾ। ਇਹ ਸਿਰਫ ਇੰਡੀਅਨ ਦੇ ਆਪਾਂ ਜਿਹੜੇ ਇੱਥੇ ਰਹਿ ਰਹੇ ਨਾਗਰਿਕ ਆ ਸਾਰੇ ਸਭ ਆਪਾਂ ਇੰਡੀਅਨ ਆ, ਨਾ ਕਿ ਕੋਈ ਪੰਜਾਬੀ ਨਾ ਕੋਈ ਹਰਿਆਣਵੀ, ਵੀ ਆਰ ਆਲ ਇੰਡੀਅਨਸ। ਐਂਡ ਥਰਡ ਮੇਨ ਇਹਦੇ ਵਿੱਚ ਆ ਜਾਂਦਾ ਰਿਟਸ ਦੇ ਬਾਰੇ, ਜਿਹੜਾ ਕਿ ਬ੍ਰਿਟਿਸ਼ ਕਨਸਟੀਟਿਊਸ਼ਨ ਦੇ ਵਿੱਚੋਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਇੰਕਲੂਡ ਕੀਤਾ ਗਿਆ। ਨੈਕਸਟ ਆ ਜਾਂਦਾ ਜੀ ਕੈਨੇਡੀਅਨ ਕਨਸਟੀਟਿਊਸ਼ਨ। ਕੈਨੇਡੀਅਨ ਕਨਸਟੀਟਿਊਸ਼ਨ ਦੇ ਵਿੱਚੋਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕੀ ਕੁਝ ਇੰਕਲੂਡ ਕੀਤਾ ਗਿਆ, ਇਹਦੇ ਵਿੱਚੋਂ ਇੱਕ ਇੰਕਲੂਡ ਕੀਤਾ ਗਿਆ ਮੇਨ ਚੀਜ਼ ਜਿਹੜੀ ਆਪਣਾ 1935 ਐਕਟ ਅਲਾਉ ਕਰਦਾ ਫੈਡਰਲ ਸਕੀਮ। ਬਟ ਕੈਨੇਡੀਅਨ ਕਨਸਟੀਟਿਊਸ਼ਨ ਦੇ ਵਿੱਚ ਇਹ ਚੀਜ਼ ਦੇਖੀ ਗਈ ਵੀ ਕੈਨੇਡੀਅਨ ਕਨਸਟੀਟਿਊਸ਼ਨ ਅਲਾਉ ਕਰਦਾ ਵੀ ਜਿਹੜਾ ਫੈਡਰਲ ਸਿਸਟਮ ਆ ਉਹ ਸੈਂਟਰ ਦੇ ਵਿੱਚ ਸਟਰੋਂਗ ਹੋਣਾ ਚਾਹੀਦਾ ਸਟੇਟਸ ਦੇ ਨਾਲ। ਕਹਿਣ ਦਾ ਭਾਵ ਫੈਡਰੇਸ਼ਨ ਵਿਦ ਦ ਸਟਰੋਂਗ ਸੈਂਟਰ, ਫੈਡਰਲ ਸਿਸਟਮ ਹੋਣਾ ਚਾਹੀਦਾ ਪਰ ਫੈਡਰੇਸ਼ਨ ਹੈ ਜਿਹੜੀ ਵਿਦ ਸਟਰੋਂਗ ਸੈਂਟਰ ਹੋਣੀ ਚਾਹੀਦੀ ਆ। ਜਿਹੜਾ ਆਪਣਾ ਸੈਂਟਰ ਦੀ ਗਵਰਨਮੈਂਟ ਆ ਉਹ ਸਟੇਟ ਦੀ ਗਵਰਨਮੈਂਟਾਂ ਨੂੰ ਜ਼ਿਆਦਾ ਪਾਵਰਫੁੱਲ, ਜ਼ਿਆਦਾ ਅਧਿਕਾਰ ਰੱਖਦੀ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਇਹਦੇ ਵਿੱਚ ਆ ਜਾਂਦਾ ਜੀ ਅਪੁਆਇੰਟਮੈਂਟ ਆਫ ਸਟੇਟ ਗਵਰਨਰ ਹੋ ਗਏ, ਵੀ ਕਿਵੇਂ ਅਪੁਆਇੰਟ ਕਰਨੇ ਨੇ। ਅਪੁਆਇੰਟਮੈਂਟ ਆਫ ਸਟੇਟ ਗਵਰਨਰ, ਜਿਹੜੇ ਕਿ ਸੂਬਿਆਂ ਦੇ ਵਿੱਚ ਗਵਰਨਰ ਲਾਏ ਜਾਂਦੇ ਆ, ਉਹਨਾਂ ਦਾ ਕੀ ਪ੍ਰੋਸੈਸ ਹੋਣਾ ਚਾਹੀਦਾ। ਉਸ ਤੋਂ ਬਾਅਦ ਇਹਦੇ ਵਿੱਚ ਆ ਜਾਂਦਾ ਜੀ ਆਪਣੇ ਕੋਲੇ ਮੈਥਡ, ਆਪਣਾ ਜਿਹੜਾ ਕਹਿੰਦਾ ਭਾਵ ਐਡਵਾਈਸਰੀ ਜੁਰਿਸਡਿਕਸ਼ਨ ਆ ਆਫ ਸੁਪਰੀਮ ਕੋਰਟ। ਐਡਵਾਈਸਰੀ
ਜੂਰਿਸਡਿਕਸ਼ਨ ਆਫ ਸੁਪਰੀਮ ਕੋਰਟ। ਭਾਵ ਮੀਨਿੰਗ ਇਹਦਾ ਇਹ ਹੈ ਵੀ ਜੇ ਸੁਪਰੀਮ ਕੋਰਟ ਦੇ ਜੱਜਾਂ ਤੋਂ ਕਿਸੇ ਵੀ ਸਮੇਂ ਪਾਰਲੀਮੈਂਟ ਕੋਈ ਵੀ ਐਡਵਾਈਸ ਲੈ ਸਕਦੀ ਆ। ਉਹ ਐਡਵਾਈਸਰੀ ਜੂਰਿਸਡਿਕਸ਼ਨ ਆਫ ਸੁਪਰੀਮ ਕੋਰਟ ਆ ਜਿਹੜਾ ਇਹ ਟੌਪਿਕ ਨੇ। ਮੇਨਲੀ ਇਹ ਤਿੰਨ ਨੇ ਜਿਹੜੇ ਕਿ ਕੈਨੇਡੀਅਨ ਕੌਂਸਟੀਟਿਊਸ਼ਨ ਤੋਂ ਇੰਕਲੂਡ ਕੀਤੇ ਗਏ ਆ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ। ਉਸ ਤੋਂ ਬਾਅਦ ਅੱਗੇ ਆ ਜਾਂਦੀ ਆਇਰਿਸ਼ ਕੌਂਸਟੀਟਿਊਸ਼ਨ। ਆਇਰਿਸ਼ ਕੌਂਸਟੀਟਿਊਸ਼ਨ ਦੇ ਵਿੱਚੋਂ ਜਿਹੜੀਆਂ ਮੇਨ ਚੀਜ਼ਾਂ ਨੇ ਉਹ ਹੈਗੇ ਆ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ। ਇਹ ਪਾਰਟ ਹੈ ਜਿਹੜਾ ਕੌਂਸਟੀਟਿਊਸ਼ਨ ਦਾ ਉਹ ਆਇਰਿਸ਼ ਕੌਂਸਟੀਟਿਊਸ਼ਨ ਦੇ ਵਿੱਚੋਂ ਲਿੱਤਾ ਗਿਆ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਪਾਰਟ 4 ਦੇ ਵਿੱਚ ਇਹ ਇੰਕਲੂਡ ਆ। ਪਾਰਟ 4 ਸੋ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਨੇ ਉਹ ਆਇਰਿਸ਼ ਕੌਂਸਟੀਟਿਊਸ਼ਨ ਦੇ ਵਿੱਚੋਂ ਲੈਤੇ ਗਏ ਨੇ। ਦੂਜਾ ਇਹਦੇ ਵਿੱਚ ਹੈਗਾ ਨੋਮੀਨੇਸ਼ਨ ਆਫ ਮੈਂਬਰ ਟੂ ਰਾਜ ਸਭਾ। ਨੋਮੀਨੇਸ਼ਨ ਆਫ ਮੈਂਬਰ ਟੂ ਰਾਜ ਸਭਾ ਸੀਟਸ। ਤੇ ਰਾਜ ਸਭਾ ਦੇ ਵਿੱਚ ਜਿਹੜੇ ਨੋਮੀਨੇਟਡ ਮੈਂਬਰ ਨੇ ਉਹ ਕਿਵੇਂ ਨੋਮੀਨੇਟ ਕਰਨੇ ਨੇ ਇਹਦੇ ਵਿੱਚ ਮੇਨ ਆ ਜਾਂਦਾ। ਸੋ ਆਇਰਿਸ਼ ਕੌਂਸਟੀਟਿਊਸ਼ਨ ਦੇ ਵਿੱਚੋਂ ਦੋ ਚੀਜ਼ਾਂ ਨੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਨੋਮੀਨੇਸ਼ਨ ਆਫ ਮੈਂਬਰਸ ਟੂ ਰਾਜ ਸਭਾ, ਤੇ ਥਰਡ ਆਪਣਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ, ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ। ਮੈਥਡ ਆਫ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਵੀ ਜਿਹੜਾ ਆਪਣਾ ਰਾਸ਼ਟਰਪਤੀ ਆ ਉਸ ਨੂੰ ਕਿਵੇਂ ਚੁਣਿਆ ਜਾਣਾ। ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਆਪਾਂ ਆਇਰਿਸ਼ ਕੌਂਸਟੀਟਿਊਸ਼ਨ ਦੇ ਵਿੱਚੋਂ ਇੰਕਲੂਡ ਕੀਤੀਆਂ ਗਈਆਂ ਨੇ। ਕੋਈ ਇਹਨਾਂ ਚੀਜ਼ਾਂ ਨੂੰ ਯਾਦ ਕਰਨ ਦੇ ਲਈ ਚਾਹੇ ਤਾਂ ਇਹਨਾਂ ਨੂੰ ਇੱਕ ਟੇਬਲ ਦੇ ਫਾਰਮ ਦੇ ਵਿੱਚ ਲਿਖ ਲਓ, ਚਾਹੇ ਇਹਨਾਂ ਨੂੰ ਇੱਕ ਇੱਕ ਕਰਕੇ ਜਿਵੇਂ ਕਿ ਕੁਝ ਕਲਿਊਜ਼ ਦੇ ਨਾਲ ਯਾਦ ਕਰੋਗੇ ਤਾਂ ਸੌਖਾ ਰਹੂਗਾ। ਉਹ ਕਿਵੇਂ, ਜਿਵੇਂ ਮੰਨ ਲਓ ਆਪਾਂ USA ਕੌਂਸਟੀਟਿਊਸ਼ਨ ਦੇ ਵਿੱਚ ਬਾਰੇ ਗੱਲ ਕਰਦੇ ਹਾਂ। US ਦੇ ਬਾਰੇ ਆਪਾਂ ਨੂੰ ਪਤਾ ਵੀ ਉਹ ਜ਼ਿਆਦਾ ਨਾਗਰਿਕਤਾ ਜ਼ਿਆਦਾ ਅਧਿਕਾਰਾਂ ਦੀ ਗੱਲ ਕਰਦੇ ਨੇ, ਜਾਂ ਉਹ ਕਿਸੇ ਵੀ ਰਾਸ਼ਟਰਪਤੀ ਨੂੰ ਲਾਉਣ ਦੀ ਗੱਲ ਕਰਦੇ ਆ। ਕਹਿਣ ਦਾ ਭਾਵ ਜ਼ਿਆਦਾ ਰਾਈਟਸ ਦੀ ਗੱਲ ਕਰਦੇ ਨੇ। ਸੋ ਤਾਂ ਉੱਥੋਂ ਕੀ ਆ US ਤੋਂ ਕੀ ਆਪਾਂ ਫੰਡਾਮੈਂਟਲ ਰਾਈਟਸ ਦਾ ਕਲਿਊ ਬਣਾ ਸਕਦੇ ਵੀ ਫੰਡਾਮੈਂਟਲ ਰਾਈਟਸ ਕਿੱਥੋਂ ਲੈਤੇ ਗਏ ਨੇ US ਦੇ ਵਿੱਚੋਂ। ਉਹ ਤੋਂ ਬਾਅਦ ਜਿਵੇਂ ਬ੍ਰਿਟਿਸ਼ ਕੌਂਸਟੀਟਿਊਸ਼ਨ ਆ ਉੱਥੇ ਆਪਾਂ ਨੂੰ ਪਤਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਆ। ਸੋ ਇਹ ਇੱਥੋਂ ਕੀ ਲੈ ਸਕਦੇ ਆ, ਆਪਣੇ ਇੱਥੇ ਰਾਜ ਕਰਕੇ ਗਏ ਆ ਖਾਸ ਕਰ ਬ੍ਰਿਟਿਸ਼ ਵਾਲੇ, ਤਾਂ ਬ੍ਰਿਟਿਸ਼ ਵਾਲੇ ਨੇ ਆਪਦੇ ਦੇਸ਼ ਦੇ ਵਾਂਗ ਇੱਥੇ ਵੀ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਇਹ ਕੁਝ ਕਲਿਊ ਨੇ ਜਿਹੜੇ ਕਿ ਆਪਾਂ ਦੇਖ ਸਕਦੇ ਹਾਂ। ਉਹਦਾ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਇਹਦਾ ਸਿੰਪਲੀ ਯਾਦ ਰੱਖਿਆ ਜਾ ਸਕਦਾ ਵੀ ਆਇਰਿਸ਼ ਕੌਂਸਟੀਟਿਊਸ਼ਨ ਦੇ ਵਿੱਚੋਂ ਲਿੱਤਾ ਗਿਆ, ਕਿਉਂਕਿ ਇੱਕ ਸਪੈਸ਼ਲ ਪਾਰਟ ਆ ਅਲੱਗ ਕੌਂਸਟੀਟਿਊਸ਼ਨ ਦਾ। ਇੱਕ ਪਾਰਟ 4 ਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਹੜੇ ਲਿਖੇ ਗਏ ਨੇ। ਇਹਨੂੰ ਜਦੋਂ ਵੀ ਲਿਖਦੇ ਹੋ, ਮੰਨ ਲਓ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦੇ ਬਾਰੇ ਕੋਈ ਵੀ ਟੌਪਿਕ ਲਿਖਦੇ ਹੋ ਤਾਂ ਉਹਦੇ ਵਿੱਚ ਨਾਲ ਆਇਰਿਸ਼ ਲਿਖ ਲਿਆ ਕਰੋ, ਤੁਹਾਡੇ ਯਾਦ ਰੱਖੋ ਹਮੇਸ਼ਾ ਵੀ ਹਾਂ ਤਾਂ ਡਾਇਰੈਕਟਿਵ ਪ੍ਰਿੰਸੀਪਲਸ ਨੇ ਜਿਹੜੇ ਉਹ ਆਇਰਿਸ਼ ਕੌਂਸਟੀਟਿਊਸ਼ਨ ਤੋਂ ਲਿੱਤੇ ਹੋਏ ਨੇ। ਅੱਗੇ ਆ ਜਾਂਦੀ ਫ੍ਰੈਂਚ ਕੌਂਸਟੀਟਿਊਸ਼ਨ। ਜਿਹੜਾ ਆਪਣਾ ਫ੍ਰੈਂਚ ਕੌਂਸਟੀਟਿਊਸ਼ਨ ਆ ਇਹਦੇ ਵਿੱਚ ਆਪਣੇ ਮੇਨਲੀ ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ ਇਹ ਤਿੰਨ ਸ਼ਬਦ ਲਿਖੇ ਗਏ ਨੇ ਆਪਣੇ ਪ੍ਰੈਂਬਲ ਦੇ ਵਿੱਚ। ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ ਇਹ ਤਿੰਨੇ ਸ਼ਬਦ ਨੇ ਜਿਹੜੇ ਇਹ ਫ੍ਰੈਂਚ ਕੌਂਸਟੀਟਿਊਸ਼ਨ ਦੇ ਵਿੱਚੋਂ ਲੈਤੇ ਗਏ ਨੇ। ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ ਜਿਹੜੇ ਤਿੰਨੇ ਸ਼ਬਦ ਨੇ ਇਹ ਆਪਣੇ ਪ੍ਰੈਂਬਲ ਦੇ ਵਿੱਚ ਸ਼ੁਰੂ ਦੇ ਵਿੱਚ ਆਉਂਦੇ ਨੇ। ਜਦੋਂ ਆਪਾਂ ਅੱਗੇ ਵੀਡੀਓ ਕਰਾਂਗੇ ਪ੍ਰੈਂਬਲ ਦੇ ਬਾਰੇ ਉੱਥੇ ਆਪਣੇ ਇਹ ਸ਼ਬਦ ਆਉਣਗੇ। ਸੋ ਇਹ ਸ਼ਬਦ ਕੀ ਨੇ, ਮੇਨਲੀ ਫ੍ਰੈਂਚ ਕੌਂਸਟੀਟਿਊਸ਼ਨ ਤੋਂ ਲੈਤੇ ਗਏ ਨੇ। ਅੱਗੇ ਆ ਜਾਂਦਾ ਜੀ ਆਸਟ੍ਰੇਲੀਅਨ ਕੌਂਸਟੀਟਿਊਸ਼ਨ। ਆਸਟ੍ਰੇਲੀਅਨ ਕੌਂਸਟੀਟਿਊਸ਼ਨ ਦੇ ਵਿੱਚੋਂ ਆਪਾਂ ਲੈਤੀ ਹੈ ਕੰਕਰੈਂਟ ਲਿਸਟ। ਉਹਨਾਂ ਦੇ ਸੰਵਿਧਾਨ ਦੇ ਵਿੱਚੋਂ ਆਪਾਂ ਦੇਖਿਆ ਵੀ ਕੁਝ ਅਜਿਹੇ ਵਿਸ਼ੇ ਨੇ ਜਾਂ ਕੁਝ ਅਜਿਹੇ ਨੇ ਜਿਹੜੇ ਆਪਣੇ ਮਹਿਕਮੇ ਨੇ ਜਿਹੜੇ ਕਿ ਜਿਨ੍ਹਾਂ ਦੇ ਉੱਤੇ ਸਟੇਟ ਅਤੇ ਸੈਂਟਰ ਦੋਨੇ ਕਾਨੂੰਨ ਬਣਾ ਸਕਦੇ ਆ। ਸੋ ਉਹਨਾਂ ਵਿਸ਼ਿਆਂ ਨੂੰ ਜਾਂ ਉਹਨਾਂ ਅਧਿਕਾਰਾਂ ਨੂੰ ਕੰਕਰੈਂਟ ਲਿਸਟ ਦੇ ਵਿੱਚ ਰੱਖਿਆ ਗਿਆ ਹੈ। ਸੋ ਜੇ ਫਰੀਡਮ ਆਫ ਟਰੇਡ ਹੋ ਗਿਆ ਜਿਵੇਂ ਇਹ ਵੀ ਕੰਕਰੈਂਟ ਲਿਸਟ ਦੇ ਵਿੱਚ ਰੱਖਿਆ ਗਿਆ। ਫਰੀਡਮ ਆਫ ਟਰੇਡ ਆ ਇਹ ਵੀ ਆਪਾਂ ਕੀ ਆ
ਆਸਟ੍ਰੇਲੀਅਨ ਕੌਂਸਟੀਟਿਊਸ਼ਨ ਦੇ ਵਿੱਚੋਂ ਲਿੱਤਾ ਗਿਆ। ਸੋ ਜਿੰਨੇ ਵੀ ਕੰਕਰੈਂਟ ਲਿਸਟ ਦੇ ਨਾਲ ਸੰਬੰਧਿਤ ਵਿਸ਼ੇ ਜੇ ਆ ਜਾਂਦੇ ਨੇ ਉਹ ਸਾਰੇ ਆਸਟ੍ਰੇਲੀਅਨ ਕੌਂਸਟੀਟਿਊਸ਼ਨ ਤੋਂ ਆਪਾਂ ਇੰਕਲੂਡ ਕੀਤੇ ਨੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ। ਅੱਗੇ ਆ ਜਾਂਦਾ USSR। USSR ਜਿਵੇਂ ਆਪਾਂ ਨੂੰ ਪਤਾ ਪਹਿਲਾਂ ਇੱਥੇ ਸੋਸ਼ਲਿਸਟ ਰਾਜ ਰਿਹਾ ਗਾ USS ਦੇ ਵਿੱਚ। ਸੋ ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ ਵੀ ਇੱਕ ਨਾਗਰਿਕ ਦੇ ਕੀ ਆਪਣੀਆਂ ਜ਼ਿੰਮੇਵਾਰੀਆਂ ਨੇ, ਇਹ ਆਪਾਂ USSR ਤੋਂ ਭਾਵ ਰਸ਼ੀਆ, ਅੱਜ ਕੱਲ੍ਹ ਰਸ਼ੀਆ ਬਣਿਆ ਹੋਇਆ ਹੈ, ਰਸ਼ੀਆ ਤੋਂ ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ ਉਹ ਇੰਕਲੂਡ ਕੀਤੀਆਂ ਨੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ। ਅੱਗੇ ਆਪਣਾ ਆ ਗਿਆ ਜੀ ਕੌਂਸਟੀਟਿਊਸ਼ਨ ਆਫ ਸਾਊਥ ਅਫਰੀਕਾ। ਸਾਊਥ ਅਫਰੀਕਾ ਦੇ ਵਿੱਚੋਂ ਸੰਵਿਧਾਨ ਦੇ ਵਿੱਚੋਂ ਆਪਾਂ ਕੀ ਕੁਝ ਲੈਤਾ, ਇਹਦੇ ਵਿੱਚੋਂ ਸਭ ਤੋਂ ਮੇਨ ਚੀਜ਼ ਆ ਜਿਹੜੀ ਆਪਾਂ ਇੰਕਲੂਡ ਕੀਤੀ ਆ ਉਹ ਹੈਗੀ ਆ ਅਮੈਂਡਮੈਂਟ। ਵੀ ਸੰਵਿਧਾਨ ਦੇ ਵਿੱਚ ਕੌਂਸਟੀਟਿਊਸ਼ਨ ਦੇ ਵਿੱਚ ਕੋਈ ਵੀ ਅਮੈਂਡਮੈਂਟ ਕਰਨੀ ਆ ਤਾਂ ਉਹਦਾ ਕੀ ਪ੍ਰੋਸੀਜਰ ਹੋਣਾ ਚਾਹੀਦਾ। ਪ੍ਰੋਸੀਜਰ ਫॉर ਅਮੈਂਡਮੈਂਟ ਆਫ ਕੌਂਸਟੀਟਿਊਸ਼ਨ ਦੀ ਮੋਸਟ ਇੰਪੋਰਟੈਂਟ ਵੀ ਇਹ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਿਹੜੇ ਤਰੀਕਿਆਂ ਨਾਲ ਜਾਂ ਕਿੰਝ ਕੀਤੀ ਜਾ ਸਕਦੀ ਆ। ਕੁਝ ਟੌਪਿਕ ਅਜਿਹੇ ਨੇ ਜਿਨ੍ਹਾਂ 'ਤੇ ਜ਼ਿਆਦਾ ਮੈਜੋਰਟੀ ਦੀ ਲੋੜ ਹੁੰਦੀ ਆ ਪਾਸ ਕਰਨ ਲਈ, ਅਤੇ ਕੁਝ ਅਜਿਹੇ ਨੇ ਜਿਹੜੇ ਕਿ ਸਿੰਪਲ ਮੈਜੋਰਟੀ ਨਾਲ ਅਮੈਂਡ ਕੀਤੇ ਜਾ ਸਕਦੇ ਆ। ਵੱਖ ਆਰਟੀਕਲਸ ਨੇ। ਸੋ ਇਹ ਅਮੈਂਡਮੈਂਟ ਪ੍ਰੋਸੀਜਰ ਹੈ ਜਿਹੜਾ ਇਹ ਕੌਂਸਟੀਟਿਊਸ਼ਨ ਆਫ ਸਾਊਥ ਅਫਰੀਕਾ ਤੋਂ ਆਪਾਂ ਲੈਤਾ ਹੈ। ਅੱਗੇ ਆ ਜਾਂਦਾ ਜੀ ਕੌਂਸਟੀਟਿਊਸ਼ਨ ਆਫ ਜਰਮਨੀ। ਜਰਮਨੀ ਦੇ ਵਿੱਚੋਂ ਆਪਾਂ ਕੀ ਲੈਤਾ, ਇਹਦੇ ਵਿੱਚ ਇੱਕ ਆਪਾਂ ਯਾਦ ਰੱਖਦੇ ਹਾਂ ਹਿਟਲਰ ਨੂੰ। ਹਿਟਲਰ ਦਾ ਜਿਵੇਂ ਆਪਾਂ ਨੂੰ ਪਤਾ ਵੀ ਉਹ ਲੜਾਕਾ ਹੀ ਸੀ ਬੰਦਾ। ਸੋ ਕਿਸੇ ਵੀ ਐਮਰਜੈਂਸੀ ਦੇ ਵਿੱਚ ਉਹਨੇ ਹਮੇਸ਼ਾ ਵਰਲਡ ਵਾਰ ਲੜੇ ਨੇ ਦੋਨੇ। ਸੋ ਕਿਸੇ ਵੀ ਐਮਰਜੈਂਸੀ ਦੇ ਵਿੱਚ ਜਦੋਂ ਕੋਈ ਵੀ ਐਮਰਜੈਂਸੀ ਪੈ ਜਾਂਦੀ ਹੈ ਦੇਸ਼ 'ਤੇ ਤਾਂ ਉਦੋਂ ਜਿਹੜੇ ਕਿ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ, ਜਿਵੇਂ ਕਿ ਅਧਿਕਾਰ ਖੋਹਣੇ ਲੋਕਾਂ ਤੋਂ, ਜਿਹੜੇ ਆਪਣੇ ਫੰਡਾਮੈਂਟਲ ਰਾਈਟਸ ਨੇ, ਆਪਣੇ ਹੱਕ ਨੇ, ਮੌਲਿਕ ਅਧਿਕਾਰ ਨੇ, ਤਾਂ ਜਦੋਂ ਕੋਈ ਵੀ ਦੇਸ਼ ਦੇ ਵਿੱਚ ਐਮਰਜੈਂਸੀ ਪਏਗੀ ਤਾਂ ਉਹ ਫੰਡਾਮੈਂਟਲ ਰਾਈਟਸ ਕਿਵੇਂ ਸਸਪੈਂਡ ਕੀਤੇ ਜਾ ਸਕਦੇ, ਕਿਹੜੇ ਸਸਪੈਂਡ ਕਰਨੇ ਚਾਹੀਦੇ ਆ, ਉਹ ਸਾਰੇ ਆਪਾਂ ਕੀ ਲੈਤੇ ਨੇ ਜਰਮਨੀ ਤੋਂ। ਸੋ ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਇੱਕ ਬਹੁਤ ਵੱਡਾ ਟੌਪਿਕ ਆ, ਕਿਉਂਕਿ ਕਿਸੇ ਦੇ ਵੀ ਸਾਰੇ ਲੋਕਾਂ ਦੇ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰ ਸਸਪੈਂਡ ਕਰਦੇ ਨੇ, ਉਹ ਸਿਰਫ ਉਦੋਂ ਹੀ ਕੀਤੇ ਜਾ ਸਕਦੇ ਆ ਜਦੋਂ ਕੋਈ ਐਮਰਜੈਂਸੀ ਪਵੇ। ਤਾਂ ਐਮਰਜੈਂਸੀ ਮੇਨਲੀ ਕਿ ਹਿਟਲਰ ਨੂੰ ਹੀ ਪੈਂਦੀ ਸੀਗੀ। ਸੋ ਤੇ ਕੌਂਸਟੀਟਿਊਸ਼ਨ ਆਫ ਜਰਮਨੀ ਤੋਂ ਕੀ ਆਪਾਂ ਲੈਤਾ ਐਮਰਜੈਂਸੀ ਆਫ ਫੰਡਾਮੈਂਟਲ ਰਾਈਟਸ। ਕੌਂਸਟੀਟਿਊਸ਼ਨ ਆਫ ਰਸ਼ੀਆ, ਇਹਦਾ ਆਪਾਂ ਪਹਿਲਾਂ USSR ਦਾ ਕਰ ਹੀ ਚੁੱਕੇ ਹਾਂ। ਕੌਂਸਟੀਟਿਊਸ਼ਨ ਆਫ ਜਾਪਾਨ ਤੋਂ ਕੁਝ ਖਾਸ ਨਹੀਂ, ਸਿਰਫ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾ, ਵੀ ਕੀ ਪ੍ਰੋਸੀਜਰ ਆ, ਕੋਈ ਵੀ ਕਾਨੂੰਨ ਬਣਦਾ ਉਹਦੇ ਦੁਆਰਾ ਕੀ ਪ੍ਰੋਸੀਜਰ ਬਣਾਇਆ ਜਾਂਦਾ ਕਾਨੂੰਨ ਦੁਆਰਾ, ਉਹਦੇ ਬਾਰੇ ਹੈ। ਇਹ ਤਾਂ ਕੋਈ ਐਡਾ ਇੰਪੋਰਟੈਂਟ ਹੈ ਨਹੀਂ ਗਾ। ਸੋ ਇਹ ਹੁਣ ਤੱਕ ਦਾ ਜਿਹੜਾ ਆਪਾਂ ਕਰ ਚੁੱਕੇ ਹਾਂ ਵੀ ਕਿਹੜੇ ਸੰਵਿਧਾਨ ਦੇ ਵਿੱਚੋਂ, ਕਿਹੜੇ ਵੱਖ ਦੇਸ਼ਾਂ ਦੇ ਕੌਂਸਟੀਟਿਊਸ਼ਨ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਨੇ, ਜਾਂ ਕਿਹੜੇ ਮੌਲਿਕ ਅਧਿਕਾਰ ਨੇ, ਪ੍ਰੋਸੀਜਰ ਨੇ, ਜਾਂ ਪ੍ਰੈਜ਼ੀਡੈਂਟ ਨੂੰ ਕਿਵੇਂ ਚੁਣਨਾ, ਕਿਵੇਂ ਲਾਉਣਾ ਗਾ, ਉਹਦਾ ਗਵਰਨਰ ਨੂੰ ਕਿਵੇਂ ਚੁਣਨਾ, ਫੈਡਰਲ ਸਿਸਟਮ ਕਿਹੋ ਜਿਹਾ ਹੋਣਾ ਚਾਹੀਦਾ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਕਿਵੇਂ ਹੋਣੀ ਚਾਹੀਦੀ ਆ। ਇਹ ਸਾਰੇ ਵੱਖੋ ਵਿਸ਼ੇ ਨੇ ਜਿਹੜੇ ਉਹ ਵੱਖ ਕੌਂਸਟੀਟਿਊਸ਼ਨ ਤੋਂ ਇੰਕਲੂਡ ਕੀਤੇ ਗਏ ਨੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ। ਸੋ ਇਹ ਸਲਾਈਡ ਵਾਈਜ਼ ਤੁਸੀਂ ਸਾਰਾ ਇਹ ਚਾਹੇ ਤਾਂ ਨੋਟਸ ਦੇ ਉੱਤੇ 2-3 ਵਾਰੀ ਲਿਖ ਕੇ ਦੇਖ ਲਓ, ਤੁਹਾਡੇ ਯਾਦ ਹੋ ਜਾਊਗਾ, ਜਾਂ ਕਲਿਊਜ਼ ਦੇ ਨਾਲ ਕਰੋਗੇ ਤਾਂ ਸਭ ਤੋਂ ਛੇਤੀ ਯਾਦ ਹੋਊ। ਕਲਿਊਜ਼ ਦੇ ਨਾਲ ਬਹੁਤ ਮਤਲਬ ਲੌਂਗ ਟਾਈਮ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਲੌਂਗ ਟਾਈਮ ਆਪਣੀ ਯਾਦ ਰਹਿ ਜਾਂਦੀ ਹੈ ਚੀਜ਼। ਸੋ ਹਰੇਕ ਇਨਸਾਨ ਦਾ, ਹਰੇਕ ਬੱਚਾ ਆਪਦੇ ਕਲਿਊ ਬਣਾ ਸਕਦਾ। ਜਿਵੇਂ ਮੈਂ ਤਾਂ ਇਹੀ ਬਣਾ ਕੇ ਰੱਖਦਾ ਸੀਗਾ, ਜਿਵੇਂ ਵੀ US ਜ਼ਿਆਦਾ ਰਾਈਟਸ ਦੀ ਗੱਲ ਕਰਦਾ, ਸੋ ਫੰਡਾਮੈਂਟਲ ਰਾਈਟਸ US ਤੋਂ ਲੈਤੇ ਨੇ। ਬ੍ਰਿਟਿਸ਼ ਦਾ ਆਪਣੇ ਰਾਜ ਕਰਕੇ ਗਏ ਨੇ, ਪਾਰਲੀਮੈਂਟਰੀ ਫਾਰਮ ਗਵਰਨਮੈਂਟ ਆ, ਸੋ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਬ੍ਰਿਟਿਸ਼ ਵਾਲਿਆਂ ਤੋਂ ਆ ਗਈ। ਰਸ਼ੀਆ ਦੇ ਵਿੱਚ ਮੇਨਲੀ ਸੋਸ਼ਲਿਸਟ ਨੇ, ਉੱਥੇ ਜ਼ਿਆਦਾ ਡਿਊਟੀਜ਼ ਦੀ ਗੱਲ ਜੀ ਕੀਤੀ ਜਾਂਦੀ ਹੈ ਵੀ ਸੋਸ਼ਲ ਕਲਚਰ ਫਾਰਮ ਕੀਤਾ ਜਾਂਦਾ। ਸੋ ਫੰਡਾਮੈਂਟਲ ਡਿਊਟੀਜ਼ ਨੇ ਜਿਹੜੀਆਂ ਰਸ਼ੀਆ ਤੋਂ ਆ ਗਈਆਂ। ਹਿਟਲਰ ਆ ਉਹ ਹਮੇਸ਼ਾ ਲੜਦਾ ਹੀ ਰਹਿੰਦਾ ਸੀ, ਐਮਰਜੈਂਸੀ ਰਹਿੰਦੀ ਸੀ ਉਹਨੂੰ,
ਸੋ ਐਮਰਜੈਂਸੀ ਦੇ ਵਿੱਚ ਫੰਡਾਮੈਂਟਲ ਰਾਈਟਸ ਕਿਵੇਂ ਸਸਪੈਂਡ ਕਰਨੇ ਨੇ ਉਹ ਜਰਮਨੀ ਤੋਂ ਲਿੱਤੇ ਗਏ ਆ। ਸੋ ਇਹ ਕਲਿਊਜ਼ ਨੇ ਕੁਝ ਜਿਹੜੇ ਕਿ ਆਪਾਂ ਵੱਖ-ਵੱਖ ਕਰਨ ਕਲਿਊਜ਼ ਦੇ ਨਾਲ